ਇਸ 12ਵੇਂ ਹਫ਼ਤੇ ਦੇ ਦੂਜੇ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਸ ਬਾਰੇ ਆਮ ਸਵਾਲਾਂ ਨੂੰ ਦੇਖ ਰਹੇ ਸੀ ਕਿ ਜੇਕਰ ਤੁਸੀਂ ਲੀਨੀਅਰ ਰਜੀਮ ਤੋਂ ਅੱਗੇ ਜਾਂਦੇ ਹੋ ਤਾਂ ਕੀ ਹੋਵੇਗਾ। ਕਾਰਨ ਇਹ ਹੈ ਕਿ 11ਵੇਂ ਹਫ਼ਤੇ ਤੱਕ ਉਹ ਸਭ ਕੁਝ ਜੋ ਅਸੀਂ ਵੇਵਜ਼ ਅਤੇ ਓਸੀਲੇਸ਼ਨਸ ਬਾਰੇ ਕੀਤਾ ਸੀ ਅਸੀਂ ਲੀਨੀਅਰ ਰਜੀਮ ਨਾਲ ਜੁੜੇ ਰਹੇ। ਦੂਜੇ ਸ਼ਬਦਾਂ ਵਿੱਚ ਕਿਤੇ ਲਾਈਨ ਹੇਠਾਂ ਪ੍ਰਤੀਕਿਰਿਆ ਨੂੰ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਮੰਨਿਆ ਜਾਂਦਾ ਹੈ, ਜਾਂ ਰੀਸਟੋਰਿੰਗ ਫੋਰਸ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੁੰਦੀ ਹੈ। ਅਤੇ ਬੇਸ਼ੱਕ ਇਹ ਯਕੀਨੀ ਬਣਾਉਣ ਲਈ ਧਿਆਨ ਰੱਖਣ ਲਈ ਇੱਕ ਮਾਈਨਸ ਸਾਈਨ ਸੀ ਕਿ ਓਸੀਲੇਸ਼ਨ ਹੋਣਗੇ। ਇਸ ਲਈ ਅਸੀਂ ਆਮ ਸਵਾਲਾਂ ਨੂੰ ਦੇਖ ਰਹੇ ਸੀ ਕਿ ਓਸੀਲੇਸ਼ਨਸ ਕਾਰਨ ਨੋਨ ਲੀਨੀਅਰਿਟੀ ਕੀ ਹੁੰਦੀ ਹੈ। ਇਸ ਲਈ ਇਸ ਹਫ਼ਤੇ ਦੇ ਪਹਿਲੇ ਲੈਕਚਰ ਵਿੱਚ ਅਸੀਂ ਜੋ ਅਧਿਐਨ ਕੀਤਾ ਉਹ ਇਸ ਕਿਸਮ ਦੀਆਂ ਸਭ ਤੋਂ ਸਰਲ ਪ੍ਰੋਬਲਮ ਵਿੱਚੋਂ ਇੱਕ ਸੀ ਜੋ ਕਿ ਸਿੰਪਲ ਪੈਂਡੂਲਮ ਹੈ। ਸਿਰਫ ਪੁਆਇੰਟ ਇਹ ਹੈ ਕਿ ਤੁਹਾਨੂੰ ਇਹ ਅਪਰੋਕਸੀਮੇਸ਼ਨ ਨਹੀਂ ਕਰਨਾ ਚਾਹੀਦਾ ਹੈ ਕਿ ਸਾਈਨ ਥੀਟਾ ਅਪਰੋਕਸੀਮੇਟਲੀ ਇਕੁਅਲ ਟੂ ਥੀਟਾ ਹੈ। ਤੁਸੀਂ ਅੱਗੇ ਵਧੇ ਅਤੇ ਅੰਤ ਵਿੱਚ ਸਿਸਟਮ ਵਿੱਚ ਨੋਨ ਲੀਨੀਅਰਿਟੀ ਜੋੜਨ ਦੇ ਨਤੀਜੇ ਦੇਖਦੇ ਹੋ। ਪਹਿਲੀ ਗੱਲ ਜੋ ਤੁਸੀਂ ਦੇਖਦੇ ਹੋ ਉਹ ਇਹ ਹੈ ਕਿ ਬੇਸ਼ੱਕ ਪ੍ਰੋਬਲਮ ਨੂੰ ਹੱਲ ਕਰਨਾ ਔਖਾ ਹੋ ਜਾਂਦਾ ਹੈ, ਤੁਸੀਂ ਇਸ ਨੂੰ ਸਪਸ਼ਟ ਤੌਰ ਤੇ ਹੱਲ ਵੀ ਨਹੀਂ ਕਰ ਸਕਦੇ ਸਿੰਪਲ ਫੰਕਸ਼ਨਸ ਦੇ ਸੰਦਰਭ ਵਿੱਚ ਜੋ ਅਸੀਂ ਜਾਣਦੇ ਹਾਂ। ਉਦਾਹਰਣ ਲਈ ਇਸ ਨੂੰ ਸਿੰਪਲ ਸਾਈਨ ਅਤੇ ਕੋਸਾਈਨ ਫੰਕਸ਼ਨਾਂ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਸ ਲਈ ਸੋਲਿਊਸ਼ਨ ਇੰਨੇ ਸਰਲ ਨਹੀਂ ਹਨ ਕਿ ਉਹ ਕੁਝ ਹੋਰ ਕੰਪਲਿਕੇਟਡ ਫੰਕਸ਼ਨਸ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ, ਪਰ ਕਿਸੇ ਤਰ੍ਹਾਂ ਅਸੀਂ ਅਜੇ ਵੀ ਪੈਂਡੂਲਮ ਦੇ ਟਾਈਮ ਪੀਰੀਅਡ ਲਈ ਚਰਚਾ ਕਰਨ ਲਈ ਕੁਝ ਉਪਯੋਗੀ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਸੀ। ਅਸੀਂ ਜੋ ਦੇਖਿਆ ਉਹ ਇਹ ਸੀ ਕਿ ਟਾਈਮ ਪੀਰੀਅਡ ਐਨਰਜੀ ਜਾਂ ਇਸ ਦੇ ਬਰਾਬਰ ਇਨੀਸ਼ੀਅਲ ਕੰਡੀਸ਼ਨਸ ਜਾਂ ਐਂਪਲੀਟਿਊਡ ਤੇ ਨਿਰਭਰ ਕਰਦੀ ਹੈ। ਇਸ ਲਈ ਇਹ ਇੱਕ ਨਾਨ ਲੀਨੀਅਰ ਸਿਸਟਮ ਦਾ ਇੱਕ ਸਿਗਨੇਚਰ ਹੈ ਕਿ ਟਾਈਮ ਪੀਰੀਅਡ ਹੁਣ ਸਿਸਟਮ ਦੇ ਐਂਪਲੀਟਿਊਡ ਤੇ ਨਿਰਭਰ ਹੈ ਜਾਂ ਸਿਸਟਮ ਦੀ ਐਨਰਜੀ ਤੇ ਬਰਾਬਰ ਨਿਰਭਰ ਕਰਦਾ ਹੈ। ਅਤੇ ਜੇਕਰ ਤੁਸੀਂ ਇਸ ਦੀ ਤੁਲਨਾ ਕਰਨਾ ਚਾਹੁੰਦੇ ਹੋ ਤਾਂ ਵਾਪਸ ਜਾਓ ਅਤੇ ਇੱਕ ਸਿੰਪਲ ਪੈਂਡੂਲਮ ਦੇ ਟਾਈਮ ਪੀਰੀਅਡ ਨੂੰ ਦੇਖੋ। ਇਹ ਇਹਨਾਂ ਸਾਰੀਆਂ ਕੁਆਂਟੀਟੀਜ਼ ਤੋਂ ਸੁਤੰਤਰ ਹੈ। ਇਹ ਐਨਰਜੀ ਤੇ ਨਿਰਭਰ ਨਹੀਂ ਕਰਦਾ, ਐਂਪਲੀਟਿਊਡ ਤੇ ਨਿਰਭਰ ਨਹੀਂ ਕਰਦਾ। ਇਹ ਸਿਰਫ ਪੈਂਡੂਲਮ ਦੀ ਲੰਬਾਈ ਅਤੇ ਗ੍ਰੈਵਿਟੀ ਦੇ ਕਾਰਨ ਐਕਸੇਲਰੇਸ਼ਨ ਤੇ ਨਿਰਭਰ ਕਰਦਾ ਹੈ। ਇਸ ਲਈ ਸਪਸ਼ਟ ਤੌਰ ਤੇ ਨੋਨ ਲੀਨੀਅਰਿਟੀ ਦਾ ਓਸੀਲੇਟਿੰਗ ਸਿਸਟਮ ਤੇ ਵੱਡਾ ਪ੍ਰਭਾਵ ਪੈ ਰਿਹਾ ਹੈ। ਹੁਣ ਇਸ ਕਲਾਸ ਵਿੱਚ ਅਸੀਂ ਇੱਕ ਸਿੰਪਲ ਪੈਂਡੂਲਮ ਦੇਖਿਆ ਹੈ ਜੋ ਕਿਸੇ ਡਿਸਿਪੇਸ਼ਨ ਦੇ ਅਧੀਨ ਨਹੀਂ ਸੀ ਅਤੇ ਜੋ ਕਿਸੇ ਐਕਸਟਰਨਲ ਫੋਰਸਿੰਗ ਦੇ ਅਧੀਨ ਨਹੀਂ ਸੀ। ਇਸ ਲਈ ਇਸ ਕੇਸ ਵਿੱਚ ਕੋਸ਼ਿਸ਼ ਕਰੋ ਅਤੇ ਫੋਰਸਿੰਗ ਲਾਗੂ ਕਰੋ। ਇਸ ਲਈ ਜਿਵੇਂ ਕਿ ਮੈਂ ਕਿਹਾ ਹੈ ਕਿ ਇੱਕ ਵਾਰ ਫਿਰ ਤੋਂ ਯਾਦ ਕਰਨ ਲਈ ਲੀਨੀਅਰ ਸਿਸਟਮ ਉਹ ਹਨ ਜੋ ਰੀਸਟੋਰਿੰਗ ਫੋਰਸ ਡਿਸਪਲੇਸਮੈਂਟ ਨੋਨ ਲੀਨੀਅਰਿਟੀ ਜਾਂ ਨੋਨ ਲੀਨੀਅਰ ਸਿਸਟਮ ਦੇ ਪ੍ਰੋਪੋਰਸ਼ਨਲ ਹੁੰਦੀ ਹੈ, ਜਿਸ ਲਈ ਰੀਸਟੋਰਿੰਗ ਫੋਰਸ ਡਿਸਪਲੇਸਮੈਂਟ ਦੇ ਕੁਝ ਨੋਨ ਲੀਨੀਅਰ ਫੰਕਸ਼ਨ ਦੇ ਪ੍ਰੋਪੋਰਸ਼ਨਲ ਹੈ। ਅਤੇ ਫੋਰਸਿੰਗ ਆਮ ਤੌਰ ਤੇ ਨੋਨ ਲੀਨੀਅਰ ਆਮ ਤੌਰ ਤੇ ਇੱਕ ਓਸੀਲੇਟਰੀ ਫੰਕਸ਼ਨ ਹੁੰਦੀ ਹੈ। ਇਸ ਕਾਰਨ ਕਰਕੇ ਕਿ ਉਸ ਕੇਸ ਵਿੱਚ ਵੀ ਜਦੋਂ ਅਸੀਂ 11ਵੇਂ ਹਫ਼ਤੇ ਤੱਕ ਪੜ੍ਹਿਆ ਸੀ, ਜਦੋਂ ਅਸੀਂ ਕਈ ਹਫ਼ਤੇ ਪਹਿਲਾਂ ਪਹਿਲੇ ਓਸੀਲੇਟਰ ਦਾ ਅਧਿਐਨ ਕੀਤਾ ਸੀ ਤਾਂ ਅਸੀਂ ਫੋਰਸਿੰਗ ਇਸ ਤਰ੍ਹਾਂ ਲਈ ਸੀ F0 sin ਓਮੇਗਾ t ਜਾਂ F0 cos ਓਮੇਗਾ t। ਇਸ ਲਈ ਇਹ ਇੱਕ ਸਾਈਨੂਸੋਇਡਲ ਫੰਕਸ਼ਨ ਹੈ। ਆਮ ਤੌਰ ਤੇ ਅਸੀਂ ਇੱਕ ਨੋਨ ਲੀਨੀਅਰ ਫੰਕਸ਼ਨ ਹੋਣ ਲਈ ਫੋਰਸਿੰਗ ਲੈਂਦੇ ਹਾਂ। ਜੇਕਰ ਤੁਸੀਂ ਇਸ ਨੂੰ ਇੱਕ ਲੀਨੀਅਰ ਫੰਕਸ਼ਨ ਮੰਨਦੇ ਹੋ ਤਾਂ ਇਹ ਥੋੜਾ ਜਿਹਾ ਅਨਫਿਜ਼ੀਕਲ ਹੈ ਕਿਉਂਕਿ ਮੰਨ ਲਓ ਕਿ ਤੁਸੀਂ ਇਸ ਨੂੰ Fa0 ਟਾਈਮਸ ਓਮੇਗਾ t ਮੰਨਦੇ ਹੋ। ਇਹ ਸਮੇਂ ਵਿੱਚ ਇੱਕ ਲੀਨੀਅਰ ਹੈ। ਇਹ ਸਿਰਫ ਇਹੀ ਕਹਿੰਦਾ ਹੈ ਕਿ ਇੰਟੀਗਰੇਟਿਡ ਫੋਰਸ ਸਮੇਂ ਦੇ ਨਾਲ ਵਧਣ ਜਾ ਰਿਹਾ ਹੈ, ਜੋ ਕਿ ਥੋੜਾ ਅਤੇ ਫਿਜ਼ੀਕਲ ਹੈ ਅਤੇ ਕਾਇਮ ਨਹੀਂ ਰਹਿ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਕਈ ਹਫ਼ਤੇ ਪਹਿਲਾਂ ਪਹਿਲੇ ਓਸੀਲੇਟਰ ਵਿੱਚ ਕੀ ਅਧਿਐਨ ਕੀਤਾ ਸੀ, ਮੋਸ਼ਨ ਦੀ ਇਕੁਏਸ਼ਨ ਇੱਥੇ ਦਿੱਤੀ ਗਈ ਹੈ m x ਡਬਲ ਡਾਟ ਪਲੱਸ ਗਾਮਾ x ਡਾਟ ਪਲੱਸ k x ਇਕੁਅਲ ਟੂ F0 ਇਨਟੂ cos ਓਮੇਗਾ t। ਇਸ ਲਈ ਇਹ ਫੋਰਸਿੰਗ ਟਰਮ ਹੈ ਅਤੇ ਇਹ ਇੱਕ ਡਿਸਿਪੇਸ਼ਨ ਟਰਮ ਹੈ ਜੋ ਵਿਸਕਸ ਡਿਸਿਪੇਸ਼ਨ ਨੂੰ ਦਰਸਾਉਂਦੀ ਹੈ। ਅਤੇ ਇਹ ਬੇਸ਼ੱਕ ਰੀਸਟੋਰਿੰਗ ਫੋਰਸ ਟਰਮ ਹੈ। ਇਸ ਕੇਸ ਵਿੱਚ ਅਸੀਂ ਜਾਣਦੇ ਹਾਂ ਕਿ ਕੀ ਹੁੰਦਾ ਹੈ। ਫੋਰਸਿੰਗ ਟਰਮ ਤੁਹਾਡੇ ਸਿਸਟਮ ਨੂੰ ਫੋਰਸ ਕਰਦੀ ਹੈ ਫ੍ਰੀਕੁਐਂਸੀ ਓਮੇਗਾ ਨਾਲ, ਕਿਉਂਕਿ ਤੁਹਾਡੇ ਕੋਲ ਇਹ cos ਓਮੇਗਾ t ਹੈ ਤਾਂ ਇਹ ਐਕਸਟਰਨਲ ਫੋਰਸਿੰਗ ਦੀ ਫ੍ਰੀਕੁਐਂਸੀ ਹੈ।
ਇੱਕ ਸੰਭਾਵਨਾ ਜੋ ਹੋ ਸਕਦੀ ਹੈ ਉਹ ਹੈ ਜੇਕਰ ਕਿਸੇ ਤਰ੍ਹਾਂ ਤੁਹਾਡੀ ਐਕਸਟਰਨਲ ਫੋਰਸਿੰਗ ਫ੍ਰੀਕੁਐਂਸੀ ਓਮੇਗਾ ਅਤੇ ਸਿਸਟਮ ਦੀ ਨੈਚੁਰਲ ਫ੍ਰੀਕੁਐਂਸੀ ਜੋ ਓਮੇਗਾ 0 ਹੈ ਉਹ ਮੇਲ ਖਾਂਦੀ ਹੈ ਤਾਂ ਰੈਜ਼ੋਨੈਂਸ ਹੁੰਦੀ ਹੈ, ਪਰ ਇੱਥੇ ਸਭ ਤੋਂ ਮਹੱਤਵਪੂਰਨ ਲੈਸਨ ਫਾਈ ਐਮ ਡੈਸ਼ ਹੈ ਜੋ ਫ੍ਰੀਕੁਐਂਸੀ ਓਮੇਗਾ ਵਾਲਾ ਸਿਸਟਮ ਦਿੰਦਾ ਹੈ। ਸਿਸਟਮ ਫ੍ਰੀਕੁਐਂਸੀ ਓਮੇਗਾ ਨਾਲ ਓਸੀਲੇਟਿੰਗ ਦੁਆਰਾ ਜਵਾਬ ਦੇਣ ਜਾ ਰਿਹਾ ਹੈ। ਅਸੀਂ ਇੱਥੇ ਨੌਨ ਲੀਨੀਅਰਿਟੀ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ। ਸਿਸਟਮ ਅਜੇ ਵੀ ਨੌਨ ਲੀਨੀਅਰ ਹੋਵੇਗਾ ਭਾਵੇਂ ਮੈਂ ਇਸ ਟਰਮ ਨੂੰ ਧਿਆਨ ਵਿੱਚ ਨਹੀਂ ਰੱਖਦਾ ਜੋ ਡਿਸਿਪੇਸ਼ਨ ਟਰਮ ਹੈ। ਇਸ ਲਈ ਇਸ ਦੇ ਬਿਨਾਂ ਵੀ ਸਿਸਟਮ ਸਫੀਸ਼ੈਂਟਲੀ ਨੌਨ ਲੀਨੀਅਰ ਹੈ ਬਸ਼ਰਤੇ ਰੀਸਟੋਰਿੰਗ ਫੋਰਸ ਨੌਨ ਲੀਨੀਅਰ ਹੋਵੇ। ਇਸ ਲਈ ਨੌਨ ਲੀਨੀਅਰਿਟੀ ਅਸਲ ਵਿੱਚ ਰੀਸਟੋਰਿੰਗ ਫੋਰਸ ਟਰਮ ਤੋਂ ਆਉਂਦੀ ਹੈ। ਇਸ ਲਈ ਆਪਣੇ ਕੰਮ ਨੂੰ ਆਸਾਨ ਬਣਾਉਣ ਲਈ ਕਿਉਂਕਿ ਅਸੀਂ ਅਸਲ ਵਿੱਚ ਨੌਨ ਲੀਨੀਅਰਿਟੀ ਦੇ ਪ੍ਰਭਾਵਾਂ ਨੂੰ ਲੱਭਣ ਵਿੱਚ ਦਿਲਚਸਪੀ ਰੱਖਦੇ ਹਾਂ, ਇਸ ਸਮੇਂ ਅਸੀਂ ਅਸਲ ਵਿੱਚ ਸੈੱਟ ਕਰ ਸਕਦੇ ਹਾਂ ਗਾਮਾ ਇਕੁਅਲ ਟੂ 0 ਹੋਣ ਲਈ ਅਸੀਂ ਇਸ ਟਰਮ ਤੇ ਵਿਚਾਰ ਨਹੀਂ ਕਰਨਗੇ, ਜਿਸ ਦਾ ਮਤਲਬ ਹੈ ਕਿ ਜੋ ਹੁਣ ਮੈਂ ਇਹ ਲੀਨੀਅਰ ਸਿਸਟਮ ਲੈਂਦਾ ਹਾਂ ਅਤੇ ਇਸ ਵਿੱਚ ਇਹ ਰੀਸਟੋਰਿੰਗ ਫੋਰਸ ਹੈ ਜੋ ਕਿ kx ਹੈ ਅਤੇ ਇਸ ਨੂੰ ਇੱਕ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਨਾਲ ਬਦਲਦਾ ਹਾਂ। ਇਸ ਲਈ ਜਿਸ ਦਾ ਮਤਲਬ ਹੈ ਕਿ ਮੈਨੂੰ ਇਸ kx ਨੂੰ ਇਸ mx ਡਬਲ ਡਾਟ ਪਲਸ sx ਇਕੁਅਲ ਟੂ f0 cos ਓਮੇਗਾ t ਨਾਲ ਬਦਲਣਾ ਪਏਗਾ, ਜਿੱਥੇ ਇਹ s of x ਇੱਕ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਹੈ। ਇਸ ਲਈ ਆਮ ਤੌਰ ਤੇ ਇਹ s1x ਪਲਸ s2x ਸਕੁਏਅਰ ਪਲਸ x3x ਕਿਊਬ ਅਤੇ ਇਸ ਤਰ੍ਹਾਂ ਦੇ ਨਾਲ ਇੱਕ ਇਨਫਾਈਨਾਈਟ ਸੀਰੀਜ਼ ਹੋ ਸਕਦੀ ਹੈ ਅਤੇ ਇਹ ਸਾਰੀਆਂ ਸੰਖਿਆਵਾਂ s1 s2 s3 ਅਤੇ ਇਸ ਤਰ੍ਹਾਂ ਇਹ ਸਾਰੇ ਕੋਨਸਟੈਂਟ ਹਨ। ਆਮ ਤੌਰ ਤੇ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਇਹ ਇੱਕ ਕਵਿੰਟੀਸ਼ੈਂਸ਼ੀਅਲ ਨੌਨ ਲੀਨੀਅਰ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਇਸ ਲਈ ਅਭਿਆਸ ਵਿੱਚ ਇਹ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਜੋ ਮੈਂ ਪੇਸ਼ ਕੀਤੀ ਹੈ ਅਸਲ ਵਿੱਚ ਅਭਿਆਸ ਵਿੱਚ ਇੱਕ ਇਨਫਾਈਨਾਈਟ ਸੀਰੀਜ਼ ਹੈ। ਇਹ ਕਦੇ ਵੀ ਅਸਲ ਵਿੱਚ ਇੱਕ ਇਨਫਾਈਨਾਈਟ ਸੀਰੀਜ਼ ਨਹੀਂ ਹੈ, ਪਰ ਬਹੁਤ ਸਾਰੇ ਮਾਮਲਿਆਂ ਵਿੱਚ ਤੁਸੀਂ ਸਿਰਫ ਦੋ ਟਰਮਜ਼ ਨਾਲ ਕਰ ਸਕਦੇ ਹੋ, ਜਿਵੇਂ ਕਿ s1x ਅਤੇ x3x ਕਿਊਬ। ਆਓ ਪਹਿਲਾਂ ਇਸ ਮਾਮਲੇ ਤੇ ਵਿਚਾਰ ਕਰੀਏ ਜਦੋਂ s1 ਪੋਜ਼ਿਟਿਵ ਹੈ ਅਤੇ x3 ਨੈਗੇਟਿਵ ਹੈ। ਇਸ ਸਥਿਤੀ ਵਿੱਚ ਤੁਹਾਡੀ ਰੀਸਟੋਰਿੰਗ ਫੋਰਸ x ਉੱਤੇ ਨਿਰਭਰ ਕਰੇਗੀ ਅਤੇ ਕਿਉਂਕਿ ਤੁਹਾਡੇ ਕੋਲ ਇਹ x ਅਤੇ x ਕਿਊਬ ਹੈ, xn ਅਤੇ x ਕਿਊਬ ਦੇ ਸਾਈਨ ਤੇ ਵੀ ਨਿਰਭਰ ਕਰੇਗਾ। ਇਸ ਲਈ ਪੋਜ਼ਿਟਿਵ ਸਾਈਡ xn x ਕਿਊਬ ਪੋਜ਼ਿਟਿਵ ਹੋਵੇਗਾ। ਨੈਗੇਟਿਵ ਡਿਸਪਲੇਸਮੈਂਟ ਵਾਲੇ ਪਾਸੇ ਇਹ ਨੈਗੇਟਿਵ ਹੋਣ ਜਾ ਰਿਹਾ ਹੈ। ਇਸ ਲਈ ਜੇਕਰ ਮੈਂ s1 ਨੂੰ ਪੋਜ਼ਿਟਿਵ ਅਤੇ s3 ਨੂੰ ਨੈਗੇਟਿਵ ਸੈੱਟ ਕਰਦਾ ਹਾਂ, ਜੋ ਹੋਣ ਵਾਲਾ ਹੈ ਉਹ ਇਹ ਹੈ ਕਿ ਤੁਹਾਡੇ ਕੋਲ x ਬਰਾਬਰ 0 ਦੇ ਬਾਰੇ ਇੱਕ ਅਸਿਮੈਟ੍ਰਿਕ ਓਸੀਲੇਸ਼ਨ ਹੋਣ ਜਾ ਰਿਹਾ ਹੈ। ਮੰਨ ਲਓ ਕਿ ਮੈਂ ਇਹ ਚੋਣ ਕਰਦਾ ਹਾਂ s1 ਅਤੇ s3 ਦੋਵੇਂ ਪੋਜ਼ਿਟਿਵ ਹਨ। ਇਸ ਲਈ ਇਸ ਸਥਿਤੀ ਵਿੱਚ ਕੀ ਹੁੰਦਾ ਹੈ ਕਿ ਨੌਨ ਲੀਨੀਅਰ ਰੀਸਟੋਰਿੰਗ ਫੋਰਸ x ਦੀ ਕਿਸੇ ਵੀ ਵੈਲਿਊ ਜਾਂ ਕਿਸੇ ਡਿਸਪਲੇਸਮੈਂਟ ਤੇ ਇੱਕ ਲੀਨੀਅਰ ਰੀਸਟੋਰਿੰਗ ਫੋਰਸ ਤੋਂ ਵੱਧ ਹੈ। ਇਸ ਨੂੰ ਸਮਝਣ ਲਈ ਸਾਨੂੰ ਇਸ ਫੰਕਸ਼ਨ ਨੂੰ ਪਲੋਟ ਕਰਨ ਦੀ ਜ਼ਰੂਰਤ ਹੈ। ਤਾਂ ਇੱਥੇ ਮੈਂ ਡਿਸਪਲੇਸਮੈਂਟ x ਦੇ ਇੱਕ ਫੰਕਸ਼ਨ ਦੇ ਤੌਰ ਤੇ ਇਸ ਨੌਨ ਲੀਨੀਅਰ ਰੀਸਟੋਰਿੰਗ ਫੋਰਸ ਨੂੰ ਪਲੋਟ ਕੀਤਾ ਹੈ। ਤੁਸੀਂ ਇੱਥੇ ਇਹ ਬਲੂ ਕਰਵ ਦੇਖ ਸਕਦੇ ਹੋ ਜੋ s3 ਇਕੁਅਲ ਟੂ 0 ਨਾਲ ਮੇਲ ਖਾਂਦਾ ਹੈ। ਤਾਂ ਜੇਕਰ ਮੈਂ s3 ਨੂੰ 0 ਦੇ ਬਰਾਬਰ ਰੱਖਦਾ ਹਾਂ ਤਾਂ ਇਸ ਦਾ ਕੇਵਲ ਇਹ ਮਤਲਬ ਹੋਵੇਗਾ ਕਿ ਮੈਂ ਲੀਨੀਅਰ ਰਿਜੀਮ ਵਿੱਚ ਵਾਪਸ ਜਾ ਰਿਹਾ ਹਾਂ। ਇਸ ਲਈ ਰੀਸਟੋਰਿੰਗ ਫੋਰਸ ਹੁਣ ਡਿਸਪਲੇਸਮੈਂਟ ਨਾਲ ਲੀਨੀਅਰਲੀ ਤੌਰ ਤੇ ਸੰਬੰਧਿਤ ਇੱਕ ਸਟ੍ਰੇਟ ਲਾਈਨ ਹੈ, ਜੋ ਕਿ r ਬੈਂਚਮਾਰਕ ਇੱਕ ਲੀਨੀਅਰ ਬੈਂਚਮਾਰਕ ਹੈ। ਦੂਜੇ ਪਾਸੇ ਜਦੋਂ ਤੁਹਾਡੇ ਕੋਲ s3 ਗ੍ਰੇਟਰ ਦੈਨ 0 ਹੈ, ਇਸ ਕੇਸ ਵਾਂਗ ਉਦਾਹਰਣ ਵਜੋਂ ਇਸ ਕੇਸ ਵਿੱਚ ਰੀਸਟੋਰਿੰਗ ਫੋਰਸ ਅਤੇ ਡਿਸਪਲੇਸਮੈਂਟ ਉਹ ਇਸ ਕਰਵ ਨਾਲ ਸੰਬੰਧਿਤ ਹਨ ਜੋ ਡੈਸ਼ਡ ਬਲੈਕ ਲਾਈਨ ਦੇ ਰੂਪ ਵਿੱਚ ਦਿਖਾਈ ਗਈ ਹੈ। ਇਸ ਲਈ ਇਹ ਉੱਪਰ ਵੱਲ ਕਰਵ ਜਾਂਦੀ ਹੈ। ਦੂਜੇ ਪਾਸੇ ਜੇਕਰ s3 ਨੈਗੇਟਿਵ ਲੈਸ ਦੈਨ 0 ਹੈ ਤਾਂ ਤੁਹਾਨੂੰ ਇਹ ਗ੍ਰੀਨ ਕਰਵ ਮਿਲਦੀ ਹੈ। ਤਾਂ ਆਮ ਤੌਰ ਤੇ ਜੇਕਰ ਤੁਸੀਂ ਪੁੰਜ ਅਤੇ ਸਪਰਿੰਗ ਦੇ ਅਜਿਹੇ ਸਿਸਟਮ ਬਾਰੇ ਸੋਚਦੇ ਹੋ ਜਿਸ ਕੇਸ ਵਿੱਚ ਤੁਹਾਡਾ s3 ਗ੍ਰੇਟਰ ਦੈਨ 0 ਹੁੰਦਾ ਹੈ, ਉਸ ਨੂੰ ਅਕਸਰ ਹਾਰਡ ਸਪਰਿੰਗ ਕਿਹਾ ਜਾਂਦਾ ਹੈ ਅਤੇ ਜਿਸ ਕੇਸ ਵਿੱਚ s3 ਲੈਸ ਦੈਨ 0 ਹੁੰਦਾ ਹੈ ਉਸ ਨੂੰ
ਅਕਸਰ ਸੌਫਟ ਸਪਰਿੰਗ ਕਿਹਾ ਜਾਂਦਾ ਹੈ। ਇਸ ਲਈ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ ਕਿ ਪੈਂਡੂਲਮ ਕੇਸ ਲਾਈਨ ਕਿੱਥੇ ਹੈ। ਤਾਂ ਪੈਂਡੂਲਮ ਦੇ ਮਾਮਲੇ ਵਿੱਚ ਸਾਈਨ ਥੀਟਾ ਥੀਟਾ ਮਾਈਨਸ ਥੀਟਾ ਕਿਊਬ ਬਾਏ 3 ਫੈਕਟੋਰੀਅਲ ਹੈ ਅਤੇ ਫਿਰ ਹਾਇਰ ਆਰਡਰ ਟਰਮਜ਼ ਹਨ। ਪਰ ਜੇਕਰ ਤੁਸੀਂ ਇਹਨਾਂ ਦੋ ਟਰਮਜ਼ ਨੂੰ ਦੇਖਦੇ ਹੋ, ਫਿਰ ਇਹ ਉਸ ਕੇਸ ਨਾਲ ਮੇਲ ਖਾਂਦਾ ਹੈ ਜਦੋਂ ਪੈਂਡੂਲਮ ਨੂੰ ਇੱਕ ਸੌਫਟ ਸਪਰਿੰਗ ਵਜੋਂ ਸੋਚਿਆ ਜਾ ਸਕਦਾ ਹੈ। ਇਸ ਲਈ ਹੁਣ ਇਸ ਬੈਕਗ੍ਰਾਉਂਡ ਦੇ ਨਾਲ ਇੱਕ ਪ੍ਰੋਬਲਮ ਕਰੀਏ ਜਿੱਥੇ ਸਿਸਟਮ ਤੇ ਫੋਰਸਿੰਗ ਹੈ ਅਤੇ ਅਸੀਂ ਨੌਨ ਲੀਨੀਅਰ ਟਰਮਜ਼ ਨੂੰ ਰੀਸਟੋਰਿੰਗ ਫੋਰਸ ਵਿੱਚ ਰੱਖਣ ਜਾ ਰਹੇ ਹਾਂ। ਕਈ ਹਫ਼ਤੇ ਪਹਿਲਾਂ ਅਸੀਂ ਬੀਡਡ ਸਟ੍ਰਿੰਗ ਦੀ ਇਸ ਪ੍ਰੋਬਲਮ ਨੂੰ ਦੇਖਿਆ ਸੀ। ਤੁਹਾਡੇ ਕੋਲ ਇੱਕ ਸਟ੍ਰਿੰਗ ਅਤੇ ਬਹੁਤ ਸਾਰੇ ਬੀਡਸ ਦਾ ਜਾਲ ਹੈ ਅਤੇ ਸਭ ਤੋਂ ਸਰਲ ਕੇਸ ਉਹ ਹੈ ਜਦੋਂ ਤੁਹਾਡੇ ਕੋਲ ਸਿਰਫ ਇੱਕ ਬੀਡ ਵਾਲੀ ਇੱਕ ਸਟ੍ਰਿੰਗ ਹੈ। ਇਸ ਲਈ ਅਸੀਂ ਅਜਿਹੇ ਸਿਸਟਮ ਦੇ ਓਸੀਲੇਸ਼ਨਸ ਤੇ ਵਿਚਾਰ ਕੀਤਾ ਹੈ ਅਤੇ ਅਸੀਂ ਉਸ ਕੇਸ ਲਈ ਨੋਰਮਲ ਮੋਡ ਫ੍ਰੀਕੁਐਂਸੀ ਪ੍ਰਾਪਤ ਕਰਦੇ ਹਾਂ। ਇਸ ਲਈ ਇੱਥੇ ਮੈਂ ਉਸੇ ਸਿਸਟਮ ਨੂੰ ਲੰਬਕਾਰੀ ਰੂਪ ਵਿੱਚ ਮੋੜ ਰਿਹਾ ਹਾਂ। ਇਸ ਤਰ੍ਹਾਂ ਤਾਂ ਮੇਰੇ ਕੋਲ ਇਹ 2.01 ਅਤੇ O2 ਹਨ ਅਤੇ ਇੱਕ ਪੁੰਜ ਹੈ ਜੋ ਉਸ ਵਿੱਚ ਦਿਖਾਇਆ ਗਿਆ ਹੈ, ਜੋ ਇੱਥੇ ਬਲੂ ਸਰਕਲ ਵਜੋਂ ਦਿਖਾਇਆ ਗਿਆ ਹੈ ਅਤੇ ਇਸ ਦਾ ਪੁੰਜ ਐਮ ਹੁੰਦਾ ਹੈ ਅਤੇ ਇਹ ਇਸ ਸਟ੍ਰਿੰਗ ਦੇ ਕੇਂਦਰ ਵਿੱਚ ਹੁੰਦਾ ਹੈ ਜੋ O1 ਅਤੇ O2 ਨੂੰ ਜੋੜਦਾ ਹੈ। ਇਸ ਲਈ ਜਦੋਂ ਇਹ ਡਿਸਟਰਬ ਨਹੀਂ ਹੁੰਦਾ ਹੈ ਤਾਂ ਸਟ੍ਰਿੰਗ ਦੀ ਲੰਬਾਈ 12 ਹੁੰਦੀ ਹੈ ਅਤੇ ਜੇਕਰ ਤੁਸੀਂ ਇਸ ਨੂੰ ਥੋੜਾ ਜਿਹਾ ਹਿਲਾਉਂਦੇ ਹੋ ਤਾਂ ਸਟ੍ਰਿੰਗ ਇੱਕ ਨਵੀਂ ਲੰਬਾਈ ਕੈਪੀਟਲ L ਲੈਂਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਇਸ ਨੂੰ ਇੱਕ ਫੋਰਸਿੰਗ ਦੇ ਰਹੇ ਹਾਂ ਇਸ ਡਾਇਰੈਕਸ਼ਨ ਦੇ ਨਾਲ ਅਤੇ ਉਹ ਫੋਰਸਿੰਗ ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ F0 cos ω t ਹੈ। ਇਸ ਲਈ ਮੈਂ ਇਸ ਨੂੰ ਇਸ ਡਾਇਰੈਕਸ਼ਨ ਵਿੱਚ ਫੋਰਸ ਕਰ ਰਿਹਾ ਹਾਂ ਅਤੇ x ਡਿਸਪਲੇਸਮੈਂਟ ਹੈ ਥੀਟਾ। ਇਸ ਵਰਟੀਕਲ ਤੋਂ ਐਂਗੂਲਰ ਡਿਸਪਲੇਸਮੈਂਟ। ਇਸ ਲਈ ਸ਼ੁਰੂ ਵਿੱਚ ਮੈਂ ਇਹ ਮੰਨਦਾ ਹਾਂ ਕਿ ਉਸ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ T0 ਹੈ ਅਤੇ ਅਸੀਂ ਮੋਸ਼ਨ ਦੀ ਇਕੁਏਸ਼ਨ ਲਿਖ ਸਕਦੇ ਹਾਂ। ਇਸ ਲਈ mx ਡਬਲ ਡਾਟ ਇਕੁਅਲ ਟੂ 2T0 ਸਾਈਨ ਥੀਟਾ ਹੋਵੇਗਾ ਕਿਉਂਕਿ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ T0 ਹੈ। ਉੱਥੇ ਹੋਵੇਗਾ ਜਿਵੇਂ ਕਿ ਮੈਂ ਇਸ ਫਰੀ ਬੋਡੀ ਡਾਇਗਰਾਮ ਵਿੱਚ ਵਰਟੀਕਲ ਵਿੱਚ ਦਿਖਾਇਆ ਹੈ। ਵਰਟੀਕਲ ਡਾਇਰੈਕਸ਼ਨ ਇੱਕ ਦੂਜੇ ਦੇ ਉਲਟ ਡਾਇਰੈਕਸ਼ਨ ਵਿੱਚ ਕੰਮ ਕਰਨ ਵਾਲੀਆਂ ਕੋਸ ਥੀਟਾ ਹੋਣਗੀਆਂ ਤਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਹੋਰੀਜ਼ੋਂਟਲ ਪਲੇਨ ਵਿੱਚ ਰੱਖੇਗਾ। ਇਸ ਡਾਇਰੈਕਸ਼ਨ ਵਿੱਚ ਕੋਈ ਗਤੀ ਨਹੀਂ ਹੈ, ਇਸ ਲਈ ਇਸ ਡਾਇਰੈਕਸ਼ਨ ਵਿੱਚ ਇਸ t cos ਥੀਟਾ t ਇਸ ਡਾਇਰੈਕਸ਼ਨ ਵਿੱਚ cos ਥੀਟਾ ਕੈਂਸਲ ਹੋ ਜਾਵੇਗਾ ਜਦੋਂ ਕਿ ਹੋਰੀਜ਼ੋਂਟਲ ਡਾਇਰੈਕਸ਼ਨ ਵਿੱਚ ਟੈਂਸ਼ਨ ਦਾ ਕੰਪੋਨੈਂਟ ਉਹ ਜੋੜਦੇ ਹਨ। ਇਸ ਲਈ ਤੁਹਾਨੂੰ 2t sin ਥੀਟਾ ਮਿਲਦਾ ਹੈ। ਤਾਂ ਮੇਰੀ ਮੋਸ਼ਨ ਦੀ ਇਕੁਏਸ਼ਨ mx ਡਬਲ ਡਾਟ ਪਲੱਸ 2t0 sin ਥੀਟਾ ਹੋਵੇਗੀ। ਇਸ ਲਈ ਮੈਂ ਮੰਨ ਰਿਹਾ ਹਾਂ ਕਿ dt0 ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਹੈ ਅਤੇ ਜਦੋਂ ਮੈਂ ਇਸ ਨੂੰ ਥੋੜਾ ਜਿਹਾ ਵੱਖ ਕਰਦਾ ਹਾਂ ਤਾਂ T0 ਦੁਬਾਰਾ ਨਹੀਂ ਬਦਲਦਾ ਹੈ। ਇਹ ਉਹ ਕਿਸਮ ਦੀ ਧਾਰਨਾ ਹੈ ਜੋ ਤੁਸੀਂ ਕਰਦੇ ਹੋ ਜਦੋਂ ਤੁਸੀਂ ਲੀਨੀਅਰ ਰਿਜੀਮ ਦੇ ਅੰਦਰ ਕੰਮ ਕਰਦੇ ਹੋ ਤਾਂ ਇਹ ਇਕੁਅਲ ਟੂ F0 cos ω t ਹੈ। ਹੁਣ ਇਸ ਚਿੱਤਰ ਦੀ ਜਿਓਮੈਟਰੀ ਤੋਂ ਤੁਸੀਂ ਦੇਖ ਸਕਦੇ ਹੋ ਕਿ sin ਥੀਟਾ ਇਕੁਅਲ ਟੂ x ਡਿਵਾਈਡਡ ਬਾਏ ਕੈਪੀਟਲ L ਹੋਵੇਗਾ ਅਤੇ ਉਹ ਕੈਪੀਟਲ L ਮੈਂ ਇਸ ਨੂੰ L ਪਲੱਸ ਡੈਲਟਾ IL ਦੇ ਰੂਪ ਵਿੱਚ ਲਿਖ ਸਕਦਾ ਹਾਂ। ਆਮ ਤੌਰ ਤੇ ਜਦੋਂ ਮੈਂ ਇਸ ਨੂੰ ਇਸ ਤਰ੍ਹਾਂ ਲਿਖਦਾ ਹਾਂ ਤਾਂ ਇਹ ਡੈਲਟਾ L ਆਮ ਤੌਰ ਤੇ L ਨਾਲੋਂ ਬਹੁਤ ਛੋਟਾ ਮੰਨਿਆ ਜਾਂਦਾ ਹੈ। ਜੇਕਰ ਮੈਂ L ਨੂੰ ਬਾਹਰ ਕਰਦਾ ਹਾਂ ਤਾਂ ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ, ਸਿਰਫ ਡਿਨੋਮੀਨੇਟਰ ਨੂੰ ਦੇਖੋ, ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ L ਇਨਟੂ 1 ਪਲੱਸ ਡੈਲਟਾ L ਬਾਏ L। ਜਿਵੇਂ ਕਿ ਮੈਂ ਕਿਹਾ ਕਿ ਡੈਲਟਾ L ਬਾਏ L ਬਹੁਤ ਸਮਾਲ ਹੈ, ਤੁਸੀਂ sin ਥੀਟਾ ਇਕੁਅਲ ਟੂ xa ਬਾਏ ਸਮਾਲ L ਲਓ ਅਤੇ ਇਸ ਕਿਸਮ ਦਾ ਆਰਗੂਮੈਂਟ ਵੈਲਿਡ ਹੈ। ਜੇਕਰ ਥੀਟਾ ਸਮਾਲ ਹੈ ਤਾਂ ਇਸ ਦਾ ਅਰਥ ਬਣਦਾ ਹੈ ਕਿਉਂਕਿ ਇਹ ਬਹੁਤ ਸਮਾਲ ਹੈ, ਸਮਾਲ l ਅਤੇ ਕੈਪੀਟਲ L ਲਗਭਗ ਬਰਾਬਰ ਹਨ ਜੋ ਅਸੀਂ ਜ਼ਰੂਰੀ ਤੌਰ ਤੇ ਪ੍ਰਾਪਤ ਕੀਤਾ ਹੈ। ਮੈਂ ਮੋਸ਼ਨ ਦੀ ਇਕੁਏਸ਼ਨ ਵਿੱਚ sin ਥੀਟਾ ਲਈ x ਬਾਏ L ਦੀ ਇਸ ਵੈਲਿਊ ਨੂੰ ਪਲੱਗ ਕਰਦਾ ਹਾਂ ਅਤੇ ਮੇਰੇ ਕੋਲ ਮੋਸ਼ਨ ਦੀ ਇਹ ਇਕੁਏਸ਼ਨ ਹੈ। ਸੋਲਿਊਸ਼ਨ ਸਿਰਫ F0 ਬਾਏ ω ਇਨਟੂ ਮੋਡ ਆਫ Z ਹੈ। ਇਹ ਕੈਪੀਟਲ Z ਇੰਪੀਡੈਂਸ ਹੈ।
ਅਤੇ ਇਹ ਮਲਟੀਪਲਾਈ 2 sin of omega t minus phi ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਡਿਸਪਲੇਸਮੈਂਟ ਫੋਰਸਿੰਗ ਦੇ ਸੰਬੰਧ ਵਿੱਚ ਇੱਕ ਫੇਜ਼ ਡਿਫਰੈਂਸ ਨੂੰ ਬਰਕਰਾਰ ਰੱਖਦਾ ਹੈ। ਪਰ ਸਾਡੇ ਲਈ ਬਹੁਤ ਮਹੱਤਵਪੂਰਨ ਇਹ ਹੈ ਕਿ ਡਿਸਪਲੇਸਮੈਂਟ ਵਿੱਚ ਇੱਕ ਫ੍ਰੀਕੁਐਂਸੀ ਓਮੇਗਾ ਹੈ, ਜੋ ਫੋਰਸਿੰਗ ਟਰਮ ਓਮੇਗਾ ਦੀ ਫ੍ਰੀਕੁਐਂਸੀ ਦੇ ਸਮਾਨ ਹੈ। ਇਸ ਲਈ ਸਾਨੂੰ ਇਸ ਸਮੇਂ ਇਹੀ ਚਾਹੀਦਾ ਹੈ, ਅਤੇ ਇਹ ਕੁਝ ਅਰਥਾਂ ਵਿੱਚ ਇੱਕ ਲੀਨੀਅਰ ਸਿਸਟਮ ਦਾ ਸਿਗਨੇਚਰ ਹੈ। ਹੁਣ ਇੱਕ ਨੌਨ ਲੀਨੀਅਰ ਸਿਸਟਮ ਪ੍ਰਾਪਤ ਕਰਨ ਦਿਓ। ਹੁਣ ਅਸੀਂ ਉਸੇ ਪ੍ਰੋਬਲਮ ਨੂੰ ਵੇਖਦੇ ਹਾਂ, ਪਰ ਲੀਨੀਅਰ ਲਿਮਿਟ ਵਿੱਚ ਨਹੀਂ। ਇਸ ਲਈ ਮੈਂ ਪਹਿਲਾਂ ਇਹ ਮੰਨਦਾ ਹਾਂ ਕਿ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਸਿਫਰ ਹੈ, ਜੋ ਹੁਣ ਵੀ ਉਹੀ ਰਹਿੰਦੀ ਹੈ। ਅਸੀਂ ਦੇਖਾਂਗੇ ਕਿ ਟੈਂਸ਼ਨ ਨੂੰ ਕਿਵੇਂ ਸੋਧਣਾ ਹੈ। ਜਦੋਂ ਸਟ੍ਰਿੰਗ ਨੂੰ ਥੋੜਾ ਜਿਹਾ ਵੱਖ ਕੀਤਾ ਜਾਂਦਾ ਹੈ ਅਤੇ ਮੋਸ਼ਨ ਦੀ ਇਕੁਏਸ਼ਨ ਅਜੇ ਵੀ ਉਹੀ ਰਹਿੰਦਾ ਹੈ। ਪਰ ਅਤੇ sin ਥੀਟਾ ਇਕੁਅਲ ਟੂ x ਬਾਈ ਕੈਪੀਟਲ L ਹੈ। ਪਰ ਹੁਣ ਮੈਂ ਇਸ ਕੈਪੀਟਲ L ਨੂੰ L ਪਲੱਸ ਸਮਾਲ l ਦੇ ਰੂਪ ਵਿੱਚ ਨਹੀਂ ਲਿਖ ਸਕਦਾ। ਮੈਂ ਇਹ ਧਾਰਨਾ ਨਹੀਂ ਬਣਾ ਸਕਦਾ ਕਿ ਕੈਪੀਟਲ L ਇਸ ਤੋਂ ਥੋੜਾ ਜਿਹਾ ਵੱਖਰਾ ਹੈ। ਲੀਨੀਅਰ ਸਿਸਟਮ ਵਿੱਚ ਇੱਕ ਸਮਾਲ l ਜੋ ਅਸੀਂ ਕੀਤਾ ਹੈ, ਅਤੇ ਅੰਤ ਵਿੱਚ ਅਸੀਂ ਇਸ ਨੂੰ x ਬਾਏ ਸਮਾਲ l ਦੇ ਰੂਪ ਵਿੱਚ ਲਿਖਿਆ ਹੈ। ਇਹ ਦੋਵੇਂ ਸੰਭਵ ਨਹੀਂ ਹਨ। ਮੈਨੂੰ l ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਇਹ ਕੈਪੀਟਲ ਹੈ l ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ। ਇਸ ਲਈ ਮੇਰੀ ਮੋਸ਼ਨ ਦੀ ਇਕੁਏਸ਼ਨ ਇਹ ਹੈ। mx ਡਬਲ ਡਾਟ ਇਕੁਅਲ ਟੂ ਮਾਈਨਸ 2t ਇਨਟੂ sin ਥੀਟਾ ਪਲੱਸ f0 cos omega t। ਹੁਣ t ਟੈਂਸ਼ਨ ਹੈ। ਜਦੋਂ ਤੁਸੀਂ ਸਟ੍ਰਿੰਗ ਨੂੰ ਇੱਕ ਅਮਾਉਂਟ x ਦੁਆਰਾ ਡਿਸਪਲੇਸ ਕਰਦੇ ਹੋ, ਇਸ ਲਈ ਟੈਂਸ਼ਨ ਇੱਕੋ ਜਿਹਾ ਨਹੀਂ ਰਹਿੰਦੀ ਹੈ। ਜਦੋਂ ਇਹ ਰੈਸਟ ਪੋਜੀਸ਼ਨ ਹੁੰਦੀ ਹੈ ਤਾਂ ਟੈਂਸ਼ਨ t0 ਹੁੰਦੀ ਹੈ। ਅਤੇ ਜਦੋਂ ਤੁਸੀਂ ਇਸ ਨੂੰ ਥੋੜਾ ਜਿਹਾ ਵੱਖ ਕਰਦੇ ਹੋ, ਤਾਂ ਟੈਂਸ਼ਨ ਬਦਲ ਗਈ ਹੈ ਅਤੇ ਇਹ ਹੁਣ ਕੈਪੀਟਲ T ਹੈ। ਅਸੀਂ ਅਜੇ ਵੀ ਇਹ ਮੰਨਦੇ ਹਾਂ ਕਿ ਇਹ ਯੂਨੀਫਾਰਮ ਟੈਂਸ਼ਨ ਹੈ। ਪਰ ਟੈਂਸ਼ਨ ਦੀ ਵੈਲਿਊ ਆਪਣੇ ਆਪ ਬਦਲ ਗਈ ਹੈ। ਹੁਣ ਮੈਂ ਇਸ ਟੈਂਸ਼ਨ ਲਈ ਇੱਕ ਐਕਸਪ੍ਰੈਸ਼ਨ ਲਿਖ ਸਕਦਾ ਹਾਂ, ਕਿਉਂਕਿ ਜਿਸ ਨੂੰ ਮੈਂ S ਕਹਿੰਦਾ ਹਾਂ ਉਹ ਬਸ ਰੀਸਟੋਰਿੰਗ ਫੋਰਸ ਪ੍ਰਤੀ ਯੂਨਿਟ ਲੈਂਥ ਹੈ, ਕਿਉਂਕਿ ਇਹ ਸਿਰਫ ਇੱਕ ਸਟਿਫਨੈਸ ਕੌਂਸਟੈਂਟ ਵਾਂਗ ਪ੍ਰਤੀ ਯੂਨਿਟ ਲੈਂਥ ਫੋਰਸ ਨੂੰ ਰੀਸਟੋਰਿੰਗ ਕਰਦਾ ਹੈ। ਇਸ ਲਈ t0 ਪਲੱਸ ਹੋਵੇਗਾ S ਲੰਬਾਈ ਵਿੱਚ ਤਬਦੀਲੀ ਵਿੱਚ ਤਬਦੀਲੀ ਨਾਲ ਗੁਣਾ ਕੈਪੀਟਲ L ਮਾਈਨਸ ਸਮਾਲ l। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੈਪੀਟਲ L ਨਵੀਂ ਲੰਬਾਈ ਹੈ ਜੋ ਅਸਲ ਲੰਬਾਈ ਤੋਂ ਥੋੜੀ ਜਾਂ ਕਾਫੀ ਵੱਡੀ ਹੈ ਜੋ ਸਮਾਲ l ਹੈ। ਇਸ ਲਈ ਇਹ ਟੈਂਸ਼ਨ ਲਈ ਮੇਰਾ ਐਕਸਪ੍ਰੈਸ਼ਨ ਹੋਣ ਜਾ ਰਿਹਾ ਹੈ, ਜਦੋਂ ਮੈਂ ਬੀਡ ਨੂੰ ਇਸ ਡਾਇਰੈਕਸ਼ਨ ਵਿੱਚ ਥੋੜਾ ਜਿਹਾ ਹਿਲਾਵਾਂਗਾ। ਇਸ ਲਈ ਹੁਣ ਮੈਂ ਗਤੀ ਦੀ ਇਸ ਇਕੁਏਸ਼ਨ ਵਿੱਚ t ਦੇ ਇਸ ਵੈਲਿਊ ਨੂੰ ਸਬਸਟੀਟਿਊਟ ਕਰਦਾ ਹਾਂ, ਅਤੇ ਇਹ ਉਹ ਹੈ ਜੋ ਮੈਂ ਪ੍ਰਾਪਤ ਕਰਨ ਜਾ ਰਿਹਾ ਹਾਂ। ਸਿਰਫ ਇੱਕ ਸਮਾਲ ਰੀਅਰੇਂਜਮੈਂਟ ਤੁਹਾਨੂੰ ਇਹ ਇਕੁਏਸ਼ਨ ਦੇਵੇਗੀ। ਹੁਣ ਮੈਂ ਹੋਰ ਪੈਰਾਮੀਟਰਾਂ ਦੇ ਰੂਪ ਵਿੱਚ L ਲਈ ਇੱਕ ਐਕਸਪ੍ਰੈਸ਼ਨ ਚਾਹੁੰਦਾ ਹਾਂ। ਇਸ ਲਈ ਜੇਕਰ ਤੁਸੀਂ ਇਸ ਚਿੱਤਰ ਤੇ ਵਾਪਸ ਜਾਂਦੇ ਹੋ, ਤਾਂ ਤੁਸੀਂ ਦੇਖੋਗੇ ਕਿ ਇਹ ਟਰਾਇੰਗਲ ਜੋ ਮੇਰੇ ਕੋਲ ਹੈ, ਮੈਂ ਇਸ ਦੀ ਵਰਤੋਂ ਕੈਪੀਟਲ L ਨੂੰ ਸਮਾਲ l ਅਤੇ x ਦੇ ਰੂਪ ਵਿੱਚ ਲਿਖਣ ਲਈ ਕਰ ਸਕਦਾ ਹਾਂ ਤਾਂ ਜੋ ਮੈਂ ਇੱਥੇ ਕਰਨ ਜਾ ਰਿਹਾ ਹਾਂ। ਇਸ ਲਈ ਕੈਪੀਟਲ L ਸਕੁਏਅਰ ਇਕੁਅਲ ਟੂ ਸਮਾਲ l ਸਕੁਏਅਰ ਪਲੱਸ x ਸਕੁਏਅਰ l ਲਈ ਐਕਸਪ੍ਰੈਸ਼ਨ ਪ੍ਰਾਪਤ ਕਰਨ ਲਈ ਸਕੁਏਅਰ ਰੂਟ ਲਓ ਅਤੇ ਅੰਤ ਵਿੱਚ ਇਹ ਇਸ ਤੇ ਆਉਂਦਾ ਹੈ। ਹੁਣ ਇੱਥੇ ਮੋਸ਼ਨ ਦੀ ਸਾਡੇ ਇਕੁਏਸ਼ਨ ਤੇ ਵਾਪਸ ਚੱਲਦੇ ਹਾਂ। ਖਾਸ ਤੌਰ ਤੇ ਮੈਂ ਇੱਥੇ ਇਸ ਟਰਮ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ, ਇਸ ਪਹਿਲੀ ਟਰਮ ਤੇ। ਇਸ ਲਈ ਥੋੜੀ ਦੇਰ ਬਾਅਦ ਪੂਰੀ ਇਕੁਏਸ਼ਨ ਨੂੰ ਦੁਬਾਰਾ ਇਕੱਠਾ ਕਰ ਲਵਾਂਗੇ, ਪਰ ਆਓ L ਦੀ ਇਸ ਵੈਲਿਊ ਨੂੰ ਲਿਖ ਕੇ ਇਸ ਟਰਮ ਨੂੰ ਸਰਲ ਕਰੀਏ ਜੋ ਸਾਨੂੰ ਹੁਣੇ ਮਿਲੀ ਹੈ। ਇਸ ਲਈ ਇੱਥੇ ਮੈਂ ਇੱਥੇ ਸਿਰਫ L ਲਈ ਬਦਲਿਆ ਹੈ। ਇਸ ਲਈ ਪਹਿਲੀ ਟਰਮ ਮਾਈਨਸ 2t0x ਡਿਵਾਈਡਡ ਬਾਏ ਇਸ ਕੁਆਂਟੀਟੀ ਅਤੇ ਅਗਲੀ ਟਰਮ ਮਾਈਨਸ 2s ਹੈ L ਇਨਟੂ x ਡਿਵਾਈਡਡ ਬਾਏ L ਤਾਂ ਇਹ ਹੈ, ਅਤੇ ਆਖਰੀ ਟਰਮ 2x ਡਿਵਾਈਡਡ ਬਾਏ ਇਸ ਕੁਆਂਟੀਟੀ ਹੈ। ਇਸ ਲਈ ਮੈਂ ਇੱਥੇ ਪਹਿਲਾਂ ਹੀ L ਲਈ ਸਬਸਟੀਟਿਊਟ ਕਰ ਦਿੱਤਾ ਹੈ। ਇਸ ਲਈ ਮੈਂ ਇਹ ਸਭ ਕੁਝ ਕਰ ਲਿਆ ਹੈ। ਹੁਣ ਤੁਸੀਂ ਵੇਖੋਗੇ
ਕਿ ਇੱਥੇ ਡਿਨੋਮੀਨੇਟਰ ਵਿੱਚ ਮੇਰੇ ਕੋਲ ਇਹ ਸਕੁਏਅਰ ਰੂਟ ਹੈ, ਸਕੁਏਅਰ ਰੂਟ ਆਫ 1 ਪਲੱਸ x ਸਕੁਏਅਰ ਬਾਏ l ਸਕੁਏਅਰ ਹੈ। ਇੱਥੇ ਅਤੇ ਇੱਥੇ। ਇਸ ਲਈ ਹੁਣ ਮੈਂ ਇੱਕ ਬਾਇਨੋਮੀਅਲ ਥਿਓਰਮ ਜਾਂ ਬਾਇਨੋਮੀਅਲ ਐਕਸਪੈਂਸ਼ਨ ਦੀ ਵਰਤੋਂ ਕਰਕੇ ਇਸ ਦਾ ਅਨੁਮਾਨ ਲਗਾਉਣ ਜਾ ਰਿਹਾ ਹਾਂ। ਜੇਕਰ ਮੈਂ ਇਸ ਨੂੰ ਲੈਂਦਾ ਹਾਂ ਅਤੇ ਸਿਰਫ ਪਹਿਲੀ ਟਰਮ ਰੱਖਦਾ ਹਾਂ ਤਾਂ ਪਹਿਲਾਂ ਹੀ x ਸਕੁਏਅਰ ਟਰਮ ਦੇ ਕਾਰਨ ਇਹ ਨਾਨ ਲੀਨੀਅਰ ਹੈ ਤਾਂ ਇਹ 1 ਮਾਈਨਸ। ਇਸ ਲਈ 1 ਬਾਏ ਸਕੁਏਅਰ ਰੂਟ ਆਫ 1 ਪਲੱਸ x ਸਕੁਏਅਰ ਬਾਏ l ਸਕੁਏਅਰ ਇਕੁਅਲ ਟੂ 1 ਮਾਈਨਸ x ਸਕੁਏਅਰ ਬਾਏ 2l ਸਕੁਏਅਰ। ਇਸ ਲਈ ਤੁਸੀਂ ਦੇਖਦੇ ਹੋ ਕਿ ਮੈਂ ਬਾਇਨੋਮੀਅਲ ਥਿਓਰਮ ਤੋਂ ਬਦਲ ਲਿਆ ਹੈ। ਹਰ ਚੀਜ਼ ਨੂੰ ਗੁਣਾ ਕਰੋ ਅਤੇ ਤੁਸੀਂ ਵੇਖੋਗੇ ਕਿ ਇੱਥੇ ਦੋ ਟਰਮ ਹਨ। ਪਲੱਸ 2x x ਅਤੇ ਮਾਈਨਸ 2x x ਦੋਵੇਂ ਕੈਂਸਲ ਹੋ ਜਾਣਗੇ। ਅਤੇ ਇੱਥੇ x ਕਿਊਬ ਟਰਮ ਦੇ ਨਾਲ ਦੋ ਟਰਮਜ਼ ਹਨ। ਮੈਂ ਉਹਨਾਂ ਨੂੰ ਇਕੱਠਾ ਕਰਾਂਗਾ ਤਾਂ ਜੋ ਇਹ ਕਰਨ ਲਈ ਮੈਨੂੰ ਇਸ ਨੂੰ l ਨਾਲ ਮਲਟੀਪਲਾਈ ਕਰਨ ਅਤੇ ਇਸ ਨੂੰ l ਨਾਲ ਡਿਵਾਈਡ ਕਰਨ ਦੀ ਲੋੜ ਹੈ। ਇਸ ਲਈ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੇਰੇ ਕੋਲ ਡਿਨੋਮੀਨੇਟਰ ਵਿੱਚ l ਕਿਊਬ ਹੋਵੇਗਾ, ਇਸ ਟਰਮ ਦੇ ਸਮਾਨ ਨਿਊਮਰੇਟਰ ਵਿੱਚ x ਕਿਊਬ ਹੈ। ਇਸ ਲਈ ਹੁਣ ਸਾਰੀਆਂ ਟਰਮਜ਼ ਨੂੰ ਇਕੱਠਾ ਕਰਨਾ ਇਹ ਹੈ ਜੋ ਮੇਰੇ ਕੋਲ ਹੈ। ਇਸ ਨੂੰ ਸਰਲ ਬਣਾਇਆ ਗਿਆ ਹੈ। ਹੁਣ ਆਓ ਆਪਣੀ ਗਤੀ ਦੀ ਇਕੁਏਸ਼ਨ ਤੇ ਵਾਪਸ ਚਲੀਏ। ਇਸ ਲਈ ਜਿਸ ਦਾ ਮਤਲਬ ਹੈ ਕਿ ਮੈਂ ਇਸ ਤੇ ਵਾਪਸ ਜਾ ਰਿਹਾ ਹਾਂ। ਅਤੇ ਹੁਣ ਮੈਂ ਇਸ ਟਰਮ ਲਈ ਇੱਕ ਬਹੁਤ ਹੀ ਸਿੰਪਲ ਐਕਸਪ੍ਰੈਸ਼ਨ ਪ੍ਰਾਪਤ ਕਰ ਲਿਆ ਹੈ ਜੋ ਮੈਂ ਇੱਥੇ ਵਰਤਾਂਗਾ, ਪਰ ਦੋ ਹੋਰ ਟਰਮ ਜੋ ਇਹ ਹਨ ਅਤੇ ਇਹ ਪਹਿਲਾਂ ਵਾਂਗ ਹੀ ਰਹਿਣਗੇ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੈਂ ਮੋਸ਼ਨ ਦੀ ਇਕੁਏਸ਼ਨ ਤੇ ਵਾਪਸ ਜਾਂਦਾ ਹਾਂ ਤਾਂ ਇਹ ਟਰਮ ਪਹਿਲਾਂ ਵਾਂਗ ਹੀ ਰਹਿੰਦੀ ਹੈ। ਫੋਰਸਿੰਗ ਟਰਮ ਪਹਿਲਾਂ ਵਾਂਗ ਹੀ ਰਹਿੰਦੀ ਹੈ ਅਤੇ ਮੈਂ ਇਸ ਨੂੰ ਇੱਥੇ ਸਿਰਫ ਬਦਲ ਦਿੱਤਾ ਹੈ। ਇਸ ਨਾਲ ਮੇਰੀ ਇਕੁਏਸ਼ਨ x ਡਬਲ ਡਾਟ ਇਕੁਅਲ ਟੂ ਮਾਈਨਸ s1 ਇਨਟੂ x ਮਾਈਨਸ ਵਿੱਚ ਸਰਲ ਕਰ ਦੇਵੇਗੀ s3 ਇਨਟੂ x ਕਿਊਬ ਪਲੱਸ f0 ਬਾਏ m cos ਓਮੇਗਾ t। ਤਾਂ ਇਹ ਮੋਸ਼ਨ ਦੀ ਸਿੰਪਲ ਇਕੁਏਸ਼ਨ ਹੈ ਜੋ ਮੇਰੇ ਕੋਲ ਸਿਸਟਮ ਲਈ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਨੋਨ ਲੀਨੀਅਰ ਹੈ। ਇਸ ਲਈ ਇੱਥੇ ਨੋਨ ਲੀਨੀਅਰਿਟੀ ਇਸ ਟਰਮ ਤੋਂ ਆਉਂਦੀ ਹੈ। ਜੇਕਰ s ਸਮਾਲ ਹੈ ਤਾਂ ਅਸੀਂ ਇਹ ਮੰਨ ਸਕਦੇ ਹਾਂ ਕਿ ਸੋਲਿਊਸ਼ਨ ਟਾਈਪ A cos ਓਮੇਗਾ t ਦਾ ਹੈ। ਇਸ ਲਈ ਇਹਨੂੰ ਦੁਬਾਰਾ ਇੱਕ ਐਂਪਲੀਟਿਊਡ ਨੂੰ ਬਾਅਦ ਵਿੱਚ ਨਿਰਧਾਰਤ ਕਰਨਾ ਹੋਵੇਗਾ ਕਿ ਕੀ ਅਸੀਂ ਪੂਰਾ ਹੱਲ ਚਾਹੁੰਦੇ ਹਾਂ, ਪਰ ਇੱਥੇ ਅਜਿਹਾ ਨਹੀਂ ਕਰਾਂਗੇ। ਇਸ ਲਈ ਹੁਣ ਜੇਕਰ ਮੈਂ ਇਸ ਨੂੰ ਮੋਸ਼ਨ ਦੀ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦਾ ਹਾਂ ਮੈਨੂੰ ਇਹ ਨਿਮਨਲਿਖਤ ਇਕੁਏਸ਼ਨ ਪ੍ਰਾਪਤ ਹੋਵੇਗਾ। ਮੈਨੂੰ ਸਿਰਫ x1 ਇਕੁਅਲ ਟੂ A cos ਓਮੇਗਾ t ਤੋਂ ਸ਼ੁਰੂ ਕਰਕੇ ਗਣਨਾ ਕਰਨ ਦੀ ਲੋੜ ਹੈ। x ਡਾਟ ਅਤੇ x ਡਬਲ ਡਾਟ ਨੂੰ ਕੈਲਕੁਲੇਟ ਕਰੋ ਅਤੇ ਇਸ ਇਕੁਏਸ਼ਨ ਵਿੱਚ ਸਬਸਟੀਟਿਊਟ ਕਰੋ ਅਤੇ ਇਹ ਹੁਣ ਮੈਨੂੰ ਇਹ ਦੇਣ ਜਾ ਰਿਹਾ ਹੈ ਕਿ ਤੁਸੀਂ ਦੇਖਦੇ ਹੋ ਕਿ ਮੈਨੂੰ ਇਹ ਟਰਮ ਮਿਲਦੀ ਹੈ cos ਕਿਊਬ ਓਮੇਗਾ t। ਹੋਰ ਦੋ ਟਰਮਜ਼ ਵਿੱਚ ਸਿਰਫ cos ਓਮੇਗਾ t ਸ਼ਾਮਲ ਹੈ। ਮੈਂ ਅਸਲ ਵਿੱਚ ਉਹਨਾਂ ਸਾਰਿਆਂ ਨੂੰ ਇਕੱਠੇ ਰੱਖ ਸਕਦਾ ਹਾਂ, ਪਰ ਇਸ cos ਕਿਊਬ ਓਮੇਗਾ t ਨੂੰ ਮੈਂ ਇੱਕ ਲੀਨੀਅਰ ਤਰੀਕੇ ਨਾਲ ਲਿਖਣਾ ਚਾਹੁੰਦਾ ਹਾਂ ਓਮੇਗਾ t ਦੀ ਵਰਤੋਂ ਕਰਦੇ ਹੋਏ। ਇਸ ਲਈ cos ਕਿਊਬ ਓਮੇਗਾ t ਲਈ ਪਛਾਣ ਦੀ ਟ੍ਰਿਗਨੋਮੈਟ੍ਰਿਕ ਆਈਡੈਂਟਿਟੀ ਦੀ ਵਰਤੋਂ ਕਰੋ ਜੋ ਕਿ 3/4 cos ਓਮੇਗਾ t ਪਲੱਸ 1/4 cos 3 ਓਮੇਗਾ t ਹੈ। ਇਸ ਲਈ ਇੱਕ ਵਾਰ ਜਦੋਂ ਤੁਸੀਂ ਇਸ ਨੂੰ ਲਿਖਦੇ ਹੋ ਅਤੇ ਟਰਮਜ਼ ਨੂੰ ਇਕੱਠਾ ਕਰਦੇ ਹੋ ਤੁਸੀਂ ਦੇਖੋਗੇ ਕਿ 1 cos ਓਮੇਗਾ t ਟਰਮ ਹੈ ਅਤੇ ਦੂਜੀ cos 3 ਓਮੇਗਾ t ਟਰਮ ਹੈ ਅਤੇ ਫਿਰ ਬਾਕੀ ਇਹ ਸਾਰੀ ਚੀਜ਼ ਸਾਰੇ ਕੌਨਸਟੈਂਟ ਹਨ। ਇਹ ਸਾਰਾ ਇਹ ਇੱਕ ਕੌਨਸਟੈਂਟ ਹੈ ਅਤੇ ਇਹ ਵੀ ਇੱਕ ਕੌਨਸਟੈਂਟ ਹੈ। ਇੱਥੇ ਡਿਸੋਲਿਊਸ਼ਨ ਦਾ ਮਤਲਬ ਹੋਵੇਗਾ ਕਿ x1 ਆਫ t ਦਾ ਪਤਾ ਲਗਾਓ। ਤੁਸੀਂ ਅਜਿਹਾ ਕਰ ਸਕਦੇ ਹੋ ਜੇਕਰ ਤੁਸੀਂ ਇਸ ਇਕੁਏਸ਼ਨ ਨੂੰ ਜੋੜਦੇ ਹੋ। ਦੋ ਵਾਰ ਅਜਿਹਾ ਕਰਨਾ ਬਹੁਤ ਆਸਾਨ ਹੈ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਇੰਟੀਗ੍ਰੇਟ ਕਰਾਂਗਾ ਤਾਂ ਮੈਨੂੰ ਇਹ ਇਕੁਏਸ਼ਨ ਮਿਲੇਗੀ ਅਤੇ ਬੇਸ਼ੱਕ ਮੋਸ਼ਨ ਦਾ ਇੱਕ ਕੌਨਸਟੈਂਟ ਹੋਵੇ ਅਤੇ ਜਦੋਂ ਮੈਂ ਇਸ ਨੂੰ ਦੂਜੀ ਵਾਰ ਇੰਟੀਗ੍ਰੇਟ ਕਰਦਾ ਹਾਂ ਤਾਂ ਮੈਨੂੰ ਗਤੀ ਦੀ ਇਹ ਇਕੁਏਸ਼ਨ ਮਿਲੇਗੀ। ਇੰਟੀਗਰਲ ਦੇ ਉਹਨਾਂ ਦੋ ਕੌਨਸਟੈਂਟ ਨੂੰ 0 ਤੇ ਸੈੱਟ ਕਰੋ ਜਿਸ ਦਾ ਮਤਲਬ ਹੈ ਕਿ ਕੁਝ ਕਿਸਮ ਦੀਆਂ ਇਨੀਸ਼ੀਅਲ ਕੰਡੀਸ਼ਨਜ਼ ਨਾਲ ਮੇਲ ਖਾਂਦਾ ਹੈ। ਇੰਟੀਗ੍ਰੈਂਟਸ ਦੇ ਉਹ ਦੋ ਕੌਨਸਟੈਂਟ 0 ਹਨ। ਹੁਣ ਇਸ ਸੋਲਿਊਸ਼ਨ ਨੂੰ ਦੇਖੋ ਜੋ ਮੇਰੇ ਕੋਲ ਹੈ।
ਇਸ ਲਈ ਪਹਿਲੀ ਟਰਮ ਹੈ ਜਿਸ ਵਿੱਚ ਇਹ cos ਓਮੇਗਾ t ਹੈ ਅਤੇ ਇੱਕ ਦੂਜੀ ਟਰਮ ਹੈ ਜਿਸ ਵਿੱਚ cos 3 ਓਮੇਗਾ t ਹੈ। ਜੇਕਰ ਤੁਹਾਨੂੰ ਯਾਦ ਹੈ ਕਿ ਗਤੀ ਦੀ ਸਾਡੀ ਓਰੀਜਨਲ ਇਕੁਏਸ਼ਨ ਵਿੱਚ ਕੋਈ cos 3 ਓਮੇਗਾ t ਨਹੀਂ ਸੀ। ਇਸ ਲਈ ਫੋਰਸਿੰਗ ਟਰਮ ਓਸੀਲੇਟਰ ਨੂੰ ਓਮੇਗਾ ਨॉट 3 ਓਮੇਗਾ ਦੀ ਫ੍ਰੀਕੁਐਂਸੀ ਤੇ ਫੋਰਸ ਕਰ ਰਹੀ ਸੀ। ਇਸ ਲਈ ਕਿਸੇ ਤਰ੍ਹਾਂ ਸਿਸਟਮ ਦੀ ਨੋਨ ਲੀਨੀਅਰਿਟੀ ਨੇ ਫੋਰਸਿੰਗ ਦੀ ਫ੍ਰੀਕੁਐਂਸੀ ਦਾ ਹਾਰਮੋਨਿਕ ਪੈਦਾ ਕੀਤਾ ਹੈ। ਇਸ ਲਈ ਆਓ ਦੇਖੀਏ ਕਿ ਇਸ ਸੋਲਿਊਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ। ਇੱਕ ਇਹ ਹੈ ਕਿ ਸੋਲਿਊਸ਼ਨ ਫ੍ਰੀਕੁਐਂਸੀ ਓਮੇਗਾ ਨਾਲ ਓਸੀਲੇਟ ਹੁੰਦਾ ਹੈ ਅਤੇ ਫ੍ਰੀਕੁਐਂਸੀ 3 ਓਮੇਗਾ ਦੇ ਨਾਲ ਜੋ ਕਿ ਅਸਾਧਾਰਨ ਹੈ ਕਿਉਂਕਿ ਜੇਕਰ ਇਹ ਇੱਕ ਲੀਨੀਅਰ ਸਿਸਟਮ ਹੈ ਅਤੇ ਤੁਸੀਂ ਫ੍ਰੀਕੁਐਂਸੀ ਓਮੇਗਾ ਨਾਲ ਸੈੱਟ ਕਰਦੇ ਹੋ, ਸੋਲਿਊਸ਼ਨ ਫ੍ਰੀਕੁਐਂਸੀ ਓਮੇਗਾ ਨਾਲ ਵੀ ਓਸੀਲੇਟ ਹੁੰਦਾ ਹੈ। ਇਹ ਐਡੀਸ਼ਨਲ ਸੋਲਿਊਸ਼ਨ ਜਾਂ ਐਡੀਸ਼ਨਲ ਹਾਰਮੋਨਿਕਸ ਪ੍ਰੋਡਿਊਸ ਨਹੀਂ ਕਰਦਾ ਹੈ, ਪਰ ਕਿਸੇ ਤਰ੍ਹਾਂ ਇਹ ਨੋਨ ਲੀਨੀਅਰ ਸਿਸਟਮ ਲਈ ਸੱਚ ਨਹੀਂ ਹੈ ਅਤੇ ਦੂਜਾ ਐਂਪਲੀਟਿਊਡ ਅਨਬਾਊਂਡਡ ਤਰੀਕੇ ਨਾਲ ਨਹੀਂ ਵੱਧਦਾ ਹੈ। ਇਸ ਦਾ ਕਾਰਨ ਸਿਸਟਮ ਦੀ ਨੈਚੁਰਲ ਫ੍ਰੀਕੁਐਂਸੀ ਹੈ ਜਿਸ ਨੂੰ ਅਸੀਂ ਲੀਨੀਅਰ ਪ੍ਰਣਾਲੀ ਦੇ ਮਾਮਲੇ ਵਿੱਚ ਇੱਕ ਕੁਆਂਟੀਟੀ ਵਜੋਂ ਪਛਾਣਿਆ ਹੈ। ਯਾਦ ਰੱਖੋ ਕਿ ਜੇਕਰ ਤੁਸੀਂ ਕੋਈ ਲੀਨੀਅਰ ਸਿਸਟਮ ਲੈਂਦੇ ਹੋ ਤਾਂ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਤੁਸੀਂ ਸਿਸਟਮ ਦੀ ਆਪਣੀ ਨੈਚੁਰਲ ਫ੍ਰੀਕੁਐਂਸੀ ਕਹਿ ਸਕਦੇ ਹੋ ਜੋ ਕਿ ਐਂਪਲੀਟਿਊਡ ਡਿਪੈਂਡੈਂਟ ਨਹੀਂ ਸੀ। ਅਸਲ ਵਿੱਚ ਓਸੀਲੇਟਰ ਦੇ ਟਾਈਮ ਪੀਰੀਅਡ ਦੀ ਗਣਨਾ ਕਰਨ ਵਰਗਾ ਹੈ, ਉੱਥੇ ਕੋਈ ਐਂਪਲੀਟਿਊਡ ਡਿਪੈਂਡੈਂਸ ਨਹੀਂ ਹੈ। ਦੂਜੇ ਪਾਸੇ ਇੱਕ ਨੋਨ ਲੀਨੀਅਰ ਸਿਸਟਮ ਵਿੱਚ ਨੈਚੁਰਲ ਫ੍ਰੀਕੁਐਂਸੀ ਜਾਂ ਐਂਪਲੀਟਿਊਡ ਡਿਪੈਂਡੈਂਟ ਹੈ ਤਾਂ ਨੈਟ ਇਫੈਕਟ ਇਹ ਹੈ ਘੱਟ ਅਤੇ ਉੱਚ ਐਂਪਲੀਟਿਊਡ ਤੇ ਨੈਚੁਰਲ ਫ੍ਰੀਕੁਐਂਸੀਜ਼ ਉਹ ਬਹੁਤ ਵੱਖਰੀਆਂ ਹਨ। ਇਸ ਲਈ ਇਹ ਕੀ ਕਰੇਗਾ? ਭਾਵੇਂ ਤੁਹਾਡੇ ਕੋਲ ਤੁਹਾਡੇ ਗਤੀ ਦੀ ਇਕੁਏਸ਼ਨ ਵਿੱਚ ਇੱਕ ਡਿਸਿਪੇਟਿਵ ਟਰਮ ਮੌਜੂਦ ਹੈ, ਐਂਪਲੀਟਿਊਡ ਇੱਕ ਅਨਬਾਊਂਡਡ ਤਰੀਕੇ ਨਾਲ ਵਧਣ ਵਾਲਾ ਨਹੀਂ ਹੈ ਕਿਉਂਕਿ ਸਿਸਟਮ ਦੀ ਨੈਚੁਰਲ ਫ੍ਰੀਕੁਐਂਸੀ ਨਾਲ ਕਦੇ ਵੀ ਸਹੀ ਮੇਲ ਨਹੀਂ ਖਾਂਦਾ ਹੈ ਜਦੋਂ S3 ਪੋਜ਼ਿਟਿਵ ਹੁੰਦਾ ਹੈ। ਇਸ ਲਈ ਇੱਥੇ ਸੋਲਿਊਸ਼ਨ ਵਿੱਚ ਇਸ ਟਰਮ ਨੂੰ ਯਾਦ ਰੱਖੋ, ਤੁਹਾਨੂੰ ਰਿਸਪੌਂਸ ਕਰਵ ਕੁਝ ਇਸ ਤਰ੍ਹਾਂ ਮਿਲੇਗੀ। ਇਸ ਲਈ ਖਾਸ ਤੌਰ ਤੇ ਇਹ ਉਹ ਹੈ ਜਿਸ ਨੂੰ ਤੁਸੀਂ ਹੌਟ ਸਪਰਿੰਗ ਲਿਮਿਟ ਕਹੋਗੇ ਅਤੇ ਜੇਕਰ X3 ਨੈਗੇਟਿਵ ਹੈ, ਤੁਸੀਂ ਸੌਫਟ ਸਪਰਿੰਗ ਐਲੀਮੈਂਟ ਦੇ ਨਾਲ ਸਮਾਪਤ ਕਰੋਗੇ, ਇਹ ਰਿਸਪੌਂਸ ਕਰਵ ਹੈ। ਇਸ ਲਈ ਦੁਬਾਰਾ ਇਸ ਨੁਕਤੇ ਤੇ ਜ਼ੋਰ ਦੇਣ ਲਈ ਇਹ ਹੈ ਕਿ ਤੁਹਾਡੇ ਕੋਲ ਰੈਜ਼ੋਨੈਂਸ ਨਹੀਂ ਹੋਵੇਗੀ। ਇਹ ਨੋਨ ਲੀਨੀਅਰ ਸਿਸਟਮ ਵਿੱਚ ਇੰਨੀ ਆਸਾਨੀ ਨਾਲ ਨਹੀਂ ਹੈ ਅਤੇ ਅਸਲ ਵਿੱਚ ਕੁਝ ਬਹੁਤ ਹੀ ਅਸਧਾਰਨ ਚੀਜ਼ਾਂ ਹੋ ਸਕਦੀਆਂ ਹਨ ਜਿਵੇਂ ਕਿ ਇੱਥੇ ਹਨ। ਕਿਉਂਕਿ ਇਹ ਰਿਸਪੌਂਸ ਕਰਵ ਥੋੜੀ ਅਸਾਧਾਰਨ ਹੈ, ਤੁਹਾਡੀ ਕਰਵ ਵਿੱਚ ਜੰਪਸ ਹੋ ਸਕਦੇ ਹਨ ਕਿਉਂਕਿ ਇਹ ਫੰਕਸ਼ਨ ਸਿੰਗਲ ਵੈਲਿਊ ਨਹੀਂ ਹੈ। ਓਮੇਗਾ ਦੀ ਦਿੱਤੀ ਗਈ ਵੈਲਿਊ ਲਈ ਤੁਹਾਡੇ ਕੋਲ ਦੋ ਵੱਖ-ਵੱਖ ਐਂਪਲੀਟਿਊਡ ਹੋ ਸਕਦੇ ਹਨ ਤਾਂ ਐਂਪਲੀਟਿਊਡ ਵਿਚਕਾਰ ਫਾਸਟ ਜੰਪ ਹੋ ਸਕਦੇ ਹਨ। ਇਹ ਸਾਰੇ ਨੋਨ ਲੀਨੀਅਰਿਟੀ ਦੇ ਜ਼ਰੂਰੀ ਪ੍ਰਭਾਵ ਹਨ। ਇਸ ਲਈ ਇਹਨਾਂ ਦੋ ਕਲਾਸਾਂ ਨੂੰ ਇਕੱਠਿਆਂ ਲਿਆ ਗਿਆ। ਅਸੀਂ ਪੈਂਡੂਲਮ ਵਿੱਚ ਨੋਨ ਲੀਨੀਅਰਿਟੀ ਦੇ ਪ੍ਰਭਾਵ ਨੂੰ ਦੇਖਿਆ ਜੋ ਸੰਚਾਲਿਤ ਨਹੀਂ ਸੀ, ਕੋਈ ਡਿਸਿਪੇਸ਼ਨ ਨਹੀਂ ਸੀ ਅਤੇ ਇਸ ਕਲਾਸ ਵਿੱਚ ਜੋ ਤੁਸੀਂ ਦੇਖਿਆ ਹੈ ਉਹ ਫੋਰਸਡ ਪੈਂਡੂਲਮ ਦੇ ਮਾਮਲੇ ਵਿੱਚ ਨੋਨ ਲੀਨੀਅਰਿਟੀ ਦਾ ਪ੍ਰਭਾਵ ਹੈ। ਅਸੀਂ ਅਸਲ ਵਿੱਚ ਡਿਸਿਪੇਸ਼ਨ ਵਿੱਚ ਪਾਉਣ ਬਾਰੇ ਬਿਲਕੁਲ ਚਿੰਤਾ ਨਹੀਂ ਕੀਤੀ ਜਿਸ ਨੂੰ ਤੁਸੀਂ ਕਰ ਸਕਦੇ ਹੋ ਜੋ ਇਹਨਾਂ ਵਿੱਚੋਂ ਬਹੁਤੇ ਨਤੀਜਿਆਂ ਨੂੰ ਬਦਲਣ ਵਾਲਾ ਨਹੀਂ ਹੈ।